ਨਾਨਕ ਸਿੰਘ ਦੀ ਕਹਾਣੀ ਸਨੋਫਾਲ ਦਾ ਬਾਕੀ ਦਾ ਹਿੱਸਾ। ਸਾਹਬ, ਕੁਲੀ ਨੇ ਭਾਰ ਹੇਠ ਦਬਦਿਆਂ ਉਸ ਉੱਤੇ ਸਵਾਲ ਕੀਤਾ। नीचे आजकल खूब मज़े की धूप निकली है ना। इधर तो साहब बहुत दिन से धूप नहीं निकली, बड़ी मुसीबत है गरीब लोगों को। ਬਾਊ ਦਾ ਧਿਆਨ ਉਹਦੀਆਂ ਗੱਲਾਂ ਵੱਲ ਨਹੀਂ ਸੀ। ਉਹਦੀ ਸਾਰੀ ਰੁਚੀ ਨੂੰ ਬਰਫਾਨੀ ਦ੍ਰਿਸ਼ਾਂ ਨੇ ਖਿੱਚਿਆ ਹੋਇਆ ਸੀ ਅਤੇ ਉਹ ਬਰਾਬਰ ਕੁਝ ਨਾ ਕੁਝ ਉਚਾਰੀ ਚਲਾ ਜਾ ਰਿਹਾ ਸੀ। ਇਸ ਉਚਾਰਨ 'ਚ ਪਤਾ ਨਹੀਂ ਕਿਸ ਵੇਲੇ ਗੰਗਾ ਜਮਨੀ ਦੀ ਥਾਂ ਮੁੜ ਪੰਜਾਬੀ ਆ ਧਮਕੀ ਮਸਤੀ 'ਚ ਝੂਮਦਾ ਹੋਇਆ ਕਹਿ ਰਿਹਾ ਸੀ, ਆਹਾ, ਹਿਮਾਲਾ ਦੀਆਂ ਬਰਫ਼ ਕੱਜੀਆਂ ਚੋਟੀਆਂ, ਇਹ ਮਨਮੁਗਧਕਾਰੀ ਵਾਤਾਵਰਨ, ਹਰ ਪਾਸੇ ਕੁਦਰਤ ਦਾ ਰਾਜ਼। ਇਹਨਾਂ ਹੀ ਰਤਨ ਜੜਤ ਚੋਟੀਆਂ 'ਤੇ ਬੈਠ ਕੇ ਸਾਡੇ ਰਿਸ਼ੀਆਂ ਨੇ ਵੇਦਾਂ ਦੀ ਰਚਨਾ ਕੀਤੀ ਸੀ। ਇਹਨਾਂ ਹੀ ਝਿਲਮਿਲ ਕਰਦੇ ਪਹਾੜਾਂ ਨੇ ਮਹਾਕਵੀ ਕਾਲੀਦਾਸ ਦੀ ਕਵਿਤਾ 'ਚ ਅੰਮ੍ਰਿਤ ਭਰਿਆ ਸੀ। ਇੱਥੇ ਬੈਠ ਕੇ ਉਹਨੇ ਮੇਘਦੂਤ ਤੇ ਸ਼ੁਕੰਤਲਾ ਵਰਗੀਆਂ ਅਮਰ ਰਚਨਾਵਾਂ ਰਚੀਆਂ ਸਨ। ਇਸੇ ਹਿਮਾਲਾ ਨੇ ਏਸ਼ੀਆ ਦੀ ਫਸੀਲ ਬਣ ਕੇ ਯੂਰਪੀ ਲੁਟੇਰਿਆਂ ਪਾਸੋਂ ਅੱਜ ਤੀਕ ਸਾਡੇ ਦੇਸ਼ ਦੀ ਰੱਖਿਆ ਕੀਤੀ ਹੈ। ਹੇ ਮਹਾਨ ਹਿਮਾਲਾ, ਤੈਨੂੰ ਪ੍ਰਣਾਮ। ਮੀਲ ਕੇ ਸਵਾ ਮੀਲ ਪੈਂਡਾ ਮਸੇ ਮੁੱਕਿਆ ਸੀ ਕਿ ਕੁਲੀ ਦੀਆਂ ਲੱਤਾਂ ਡਗਮਗਾਉਣ ਲੱਗ ਪਈਆਂ। ਇੰਨਾ ਭਾਰ, 2 ਕੁਲੀਆਂ ਦਾ ਬੋਝ ਉਹਦੀ ਕਮਜ਼ੋਰ ਪਿੱਠ ਨੂੰ ತುಂਬੀ ਜਾ ਰਿਹਾ ਸੀ। ਗਰਮੀਆਂ ਦੀ ਰੁੱਤੇ ਸ਼ਾਇਦ ਇੰਨਾ ਭਾਰ ਚੁੱਕਣਾ ਉਹਨੂੰ ਬਹੁਤਾ ਔਖਾ ਨਹੀਂ ਸੀ ਜਾਪਦਾ, ਕਿਉਂਕਿ ਉਦੋਂ ਇਹ ਰੁਪਇਆ, 1.5 ਰੁਪਇਆ ਅਤੇ ਕਦੀ-ਕਦੀ 2 ਰੁਪਇਆ ਵੀ ਕਮਾ ਲੈਣ ਕਰਕੇ ਰੱਜਵੀਂ ਰੋਟੀ ਖਾ ਲੈਂਦਾ ਸੀ, ਜਿਸ ਕਰਕੇ ਉਹਦਾ ਸਰੀਰ ਚੱਲੀ ਜਾਂਦਾ। ਪਰ ਸਿਆਲ ਦੀ ਬੇਰੁਜ਼ਗਾਰੀ, ਫਾਕਿਆਂ ਅਤੇ ਹੱਡ ਤੋੜਵੀਂ ਸਰਦੀ ਨੇ ਉਹਦੇ ਸਰੀਰ 'ਚੋਂ ਲਹੂ ਚੂਸ ਲਿਆ ਸੀ। ਫਿਰ ਪੈਂਡਾ ਵੀ ਤਾਂ 5 ਮੀਲ ਸੀ ਅਤੇ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ ਘਰ ਪਹੁੰਚਣ ਦੀ। ਬਨੀ ਖੇਤ ਤੋਂ 1.5-2 ਮੀਲ ਹੇਠਾਂ, ਜਿੱਥੇ ਉਸ ਦੀ ਘਰਵਾਲੀ ਅਤੇ ਉਹਦੇ ਨੰਨ੍ਹੇ ਨਿਆਣੇ ਬੜੇ ਤੌਖਲੇ ਨਾਲ ਉਹਦੀ ਉਡੀਕ ਕਰ ਰਹੇ ਹੋਣਗੇ। ਰਾਤੀ ਜੇ ਉਹ ਘਰ ਨਾ ਪਹੁੰਚ ਸਕਿਆ ਤਾਂ ਕੀ ਬਣੇਗਾ, ਅਤੇ ਜੇ ਬਹੁਤੀ ਰਾਤ ਗਈ ਉਹਨੂੰ ਮੁੜਨਾ ਪਿਆ ਤਾਂ ਜੰਗਲੀ ਦਰਿੰਦਿਆਂ ਦਾ ਵੀ ਖਤਰਾ ਸੀ, ਜਿਹੜੇ ਉੱਪਰਲੇ ਪਹਾੜਾਂ 'ਤੇ ਬਰਫ਼ਾਂ ਪੈ ਜਾਣ ਕਰਕੇ ਇਹਨਾਂ ਦਿਨਾਂ ਅਕਸਰ ਹੇਠਾਂ ਉਤਰ ਆਇਆ ਕਰਦੇ ਨੇ। ਇਹਨਾਂ ਹੀ ਭੰਤੋ ਭਾਂਤੀ ਫਿਕਰਾਂ 'ਚ ਗੋਤੇ ਖਾਂਦਾ ਉਹ ਲੱਤਾਂ ਨੂੰ ਕਿਸੇ ਤਰ੍ਹਾਂ ਖਿੱਚੀ ਜਾ ਰਿਹਾ ਸੀ ਕਿ ਇੱਕ ਵਾਰਗੀ ਹੌਲ ਨਾਲ ਉਹਦਾ ਸਾਹ ਸੁੱਕਣ ਲੱਗ ਪਿਆ। ਨਾਸਾਂ ਫੁਲਾ ਕੇ ਹਵਾ 'ਚੋਂ ਕਿਸੇ ਚੀਜ਼ ਨੂੰ ਸੁੰਘਣ ਲੱਗ ਪਿਆ। ਉਹਨੇ ਪਿੱਛੇ ਤੁਰੇ ਆ ਰਹੇ ਸਾਹਿਬ ਨੂੰ ਪੁਕਾਰਿਆ, ਸਾਹਿਬ, ਬਰਫ਼ ਆ ਰਿਹਾ ਹੈ। ਮੌਸਮ ਦੇਖਣ ਵਾਲੇ ਜੰਤਰ, ਵੈਦਰ ਅਬਜ਼ਰਵਰ ਦਾ ਕੰਮ ਪਹਾੜੀ ਲੋਕ ਨੱਕ ਪਾਸੋਂ ਲੈਂਦੇ ਨੇ। ਉਹ ਹਵਾ ਨੂੰ ਸੁੰਘ ਕੇ ਹੀ ਸਮਝ ਸਕਦੇ ਨੇ ਕਿ ਹੁਣ ਮੀਂਹ ਆਏਗਾ, ਹੁਣ ਬਰਫ਼ ਡਿੱਗੇਗੀ। ਕੁਲੀ ਦੇ ਮੂੰਹ ਇਹ ਗੱਲ ਬਾਊ ਨੇ ਇੰਝ ਸੁਣੀ ਜਿਵੇਂ ਜਨਮਾਂ ਜਨਮਾਂਤਰਾਂ ਦੀ ਤਪੱਸਿਆ ਦਾ ਫਲ ਉਹਨੂੰ ਪ੍ਰਾਪਤ ਹੋਣ ਲੱਗਾ ਹੋਵੇ। ਉਹ ਇੱਕਦਮ ਖੁਸ਼ੀ 'ਚ ਉਛਲ ਕੇ ਬੋਲਿਆ, ਸਨੋਫਾਲ ਹੋਗਾ, ਸੱਚ ਬੋਲਦਾ ਹੈ? हाँ साहब, कुली ਦੇ ਸੋਤਰ ਸੁੱਕੀ ਜਾ ਰਹੀ ਸੀ, ਬਹੁਤ ਜਲਦ होगा। ओह जिंदाबाद कुली, तुमने कितना अच्छा खबर सुनाया, खूब इंजॉय करेगा। हमने ज़िंदगी में स्नोफॉल कभी नहीं देखा, इसीलिए हम स्पेशली यहाँ आया। पर साहब, कुली ਦੀ ਆਵਾਜ਼ 'ਚ ਮੌਤ ਵਰਗਾ ਸਹਿਮ ਸੀ, ਡਲਹੌਜ਼ੀ अभी दूर है। ओह डोंट माइंड कुली, बाबू उसे चढ़दे चाच बोलिया, इंजॉय करो, खूब इंजॉय करो। तुम लोग बहुत अनसिविलाइज्ड है, नेचर इंजॉय करना नहीं जानता, एकदम ईडियट है तुम लोग। स्नोफॉल वंडरफुल चीज़ है। ਜਿਉਂ-ਜਿਉਂ ਡਲਹੌਜ਼ੀ ਨੇੜੇ ਆਈ ਜਾਂਦੀ, ਬਰਫ਼ ਦੇ ਨਜ਼ਾਰੇ ਦ੍ਰਿਸ਼ਟੀਗੋਚਰ ਹੋਈ ਜਾਂਦੇ। ਇੱਥੋਂ ਤੱਕ ਕਿ ਹੁਣ ਸੜਕ ਵੀ ਕਈਆਂ ਥਾਵਾਂ ਤੋਂ ਬਰਫ਼ ਨਾਲ ਅੱਟੀ ਹੋਈ ਸੀ। ਦਰੱਖਤਾਂ ਦੀਆਂ ਟਹਿਣੀਆਂ ਉੱਤੇ ਢੇਰਾਂ ਦੇ ਢੇਰ ਬਰਫ਼ ਉਸਰੀ ਖੜੀ ਸੀ। ਸਾਹਿਬ ਇਸ ਵੇਲੇ ਹਥਲੀ ਸੁੰਮਦਾਰ ਸੋਟੀ ਦੀ ਮਦਦ ਨਾਲ ਟਹਿਣੀਆਂ ਤੋਂ ਬਰਫ਼ ਝਾੜਦਾ ਹੋਇਆ ਆਨੰਦ 'ਚ ਮਗਨ ਤੁਰਿਆ ਜਾ ਰਿਹਾ ਸੀ। ਡਲਹੌਜ਼ੀ ਦਾ ਪਿੰਡ ਅਜੇ ਅੱਧੇ ਦੇ ਲਗਭਗ ਬਾਕੀ ਸੀ ਅਤੇ ਪਿਛਲੀ 2.5 ਮੀਲਾਂ ਦੀ ਵਾਟ 3 ਘੰਟਿਆਂ 'ਚ ਖਤਮ ਹੋਈ। 3 ਵਜੇ ਤੁਰੇ ਸੀ ਅਤੇ ਹੁਣ 6 ਵੱਜਣ ਵਾਲੇ ਸੀ। ਕੁਲੀ ਨੇ ਆਪਣੇ ਵੱਲੋਂ ਬੜੀ ਭਿਆਨਕ ਖਬਰ ਸੁਣਾਈ ਸੀ, ਪਰ ਸਾਹਿਬ ਉੱਤੇ ਇਹਦਾ ਉਲਟਾ ਅਸਰ ਵੇਖ ਕੇ ਉਹ ਕੁਝ ਖਿਸਿਆ ਗਿਆ ਅਤੇ ਦੱਬਵੇਂ ਜਿਹੇ ਰੋਸ 'ਚ ਫਿਰ ਗਿਆ, ਸਾਹਿਬ, ਰਾਸਤੇ ਮੇਂ ਰਾਤ ਪੜ ਜਾਏਗੀ ਔਰ ਬਰਫ਼ ਮੇਂ ਦਬ। ਸਾਹਿਬ ਜਿਹੜਾ ਥਰਮਸ ਖੋਲ੍ਹ ਰਿਹਾ ਸੀ ਬੋਲਿਆ, ਇੱਧਰ ਰਸਤੇ ਮੇਂ ਕੋਈ ਹੋਟਲ ਵੋਟਲ ਨਹੀਂ ਹੈ? ਸ਼ਾਇਦ ਉਹਨੂੰ ਵੀ ਥੋੜ੍ਹੀ ਕੁ ਚਿੰਤਾ ਪੈਦਾ ਹੋ ਗਈ ਸੀ। ਨਹੀਂ ਸਾਹਿਬ। ਇਸ ਜਵਾਬ ਨੂੰ ਸੁਣ ਕੇ ਸਾਹਿਬ ਦੀ ਮਸਤੀ ਕੁਛ ਉਤਰਨੀ ਸ਼ੁਰੂ ਹੋ ਗਈ। ਇਸ ਵੇਲੇ ਉਹ ਜਿਸ ਥਾਂ ਪੁੱਜ ਚੁੱਕੇ ਸੀ, ਇਹਦੇ ਲਾਗੇ ਚਾਗੇ ਮਿਲਟਰੀ ਦੀਆਂ ਟਾਵੀਆਂ ਇਮਾਰਤਾਂ ਨਜ਼ਰੀ ਆਉਣ ਲੱਗ ਪਈਆਂ। ਉਹ ਸੋਚਿਆ, ਇਹਨਾਂ 'ਚ ਆਦਮੀ ਵਸਦੇ ਹੋਣਗੇ, ਕੋਈ ਰਾਕਸ਼ ਥੋੜ੍ਹਾ ਨੇ ਜੋ ਕਿਸੇ ਮੁਸਾਫਰ ਨੂੰ ਪਨਾਹ ਦੇਣੋਂ ਨਾ ਕਰ ਦੇਣਗੇ। ਇਹ ਸੋਚ ਕੇ ਬਾਊ ਫਿਰ ਨਿਸ਼ਚਿੰਤ ਹੋ ਗਿਆ। ਚਾਹ ਪੀ ਚੁੱਕਣ ਤੋਂ ਬਾਅਦ ਉਹਨੇ ਦਸਤਾਨੇ ਮੁੜ ਚੜ੍ਹਾ ਲਏ ਅਤੇ ਇਸ ਤੋਂ ਪਹਿਲਾਂ ਕਿ ਕੁਲੀ ਪਾਸੋਂ ਹੋਰ ਕਿਸੇ ਠਾਰ ਟਿਕਾਣੇ ਦਾ ਪਤਾ ਪੁੱਛਦਾ, ਕਣੀਆਂ ਵਰਨ ਲੱਗ ਪਈਆਂ। ਸਾਹਿਬ ਨੇ ਕੁਲੀ ਦੀ ਪਿੱਠ ਤੋਂ ਓਵਰਕੋਟ ਚੁੱਕ ਕੇ ਮੁੜ ਪਹਿਨ ਲਿਆ, ਨਾਲੇ ਛਤਰੀ ਤਾਣ ਲਈ। ਕੁਲੀ ਨੂੰ ਜਿੱਤੇ ਕਦਮ ਇੱਕ ਵਾਰਗੀ ਸਥਿਲ ਹੁੰਦੇ ਜਾ ਰਹੇ ਸੀ, ਦਬਕੇ ਨਾਲ ਉਸ ਪੁਕਾਰਿਆ, ਜਲਦੀ ਕਰੋ, ਕਦਮ बढ़ाओ, कितना सुस्त है तुम।
ਪਰ ਕੁਲੀ ਉੱਤੇ ਇਸ ਫਟਕਾਰ ਦਾ ਕੋਈ ਅਸਰ ਨਹੀਂ ਹੋਇਆ, ਸਗੋਂ ਉਸ ਦੀ ਤੋਰ ਪਹਿਲਾਂ ਨਾਲੋਂ ਵੀ ਮੱਠੀ ਹੁੰਦੀ ਜਾ ਰਹੀ ਸੀ। ਸਾਹਿਬ ਨੂੰ ਉਹਦੀ ਸੁਸਤੀ ਉੱਤੇ ਕੁਝ ਝੁੰਝਲਾਹਟ ਹੋਈ, ਪਰ ਇਸ ਵੇਲੇ ਉਹ ਸਨੋਫਾਲ ਦੀ ਉਡੀਕ 'ਚ ਇੰਨਾ ਖੁਸ਼ ਸੀ ਕਿ ਗੁੱਸੇ ਹੋਣ ਦੀ ਬਜਾਏ ਕੁਲੀ ਨੂੰ ਹੱਲਾਸ਼ੇਰੀ ਦੇਣ ਦੇ ਸਿਲਸਿਲੇ 'ਚ ਉਹਨੇ ਖੂਬ ਮਸਤੀ 'ਚ ਇੱਕ ਬਹੁਤ ਪੁਰਾਣਾ ਗੀਤ ਛੋਹ ਦਿੱਤਾ। चल चल रे नौजवान तू कहना मेरा मान, आंधी हो या तूफान फटता हो आसमान, रुकना तेरा काम नहीं चलना तेरी शान। ਕਣੀਆਂ ਦੀ ਕਿਣਮਿਣ ਵੇਖਦਿਆਂ ਹੀ ਵੇਖਦਿਆਂ ਤਕੜੇ ਮੀਂਹ 'ਚ ਬਦਲਣ ਲੱਗੀ ਤੇ ਮੀਂਹ ਵੀ ਬੜੀ ਸਖਤ ਵਾਛੜ ਵਾਲਾ। ਕੁਲੀ ਦਾ ਸਾਹ ਫੁੱਲ ਰਿਹਾ ਸੀ, ਕੁਝ ਥਕਾਵਟ ਨਾਲ, ਕੁਝ ਡਰ ਨਾਲ, ਬਾਕੀ ਠੰਡ ਨਾਲ। ਉਹਨੇ ਇੱਕ ਵਾਰੀ ਫਿਰ ਮਰਦੀ ਆਵਾਜ਼ 'ਚ ਪੁਕਾਰਿਆ, ਸਾਹਿਬ ਬਰਫ਼ ਆ ਰਹਾ ਹੈ। ਸਾਹਿਬ ਦਾ ਗੀਤ ਰੁਕ ਗਿਆ, ਪਰ ਮਸਤੀ ਦਾ ਵੇਗ ਨਹੀਂ ਰੁਕਿਆ। ਆਨੇ ਦੋ ਵੈਲਕਮ ਸਨੋਫਾਲ ਵੈਲਕਮ। ਕੁਲੀ ਫੇਰ ਪੁਕਾਰਿਆ, ਸਾਹਿਬ ਬਿਸਤਰਾ ਭੀਗ ਰਿਹਾ। दैट्स ऑल राइट, वाटर प्रूफ है। सब चल नहीं सकता। वकअप एक्सेलसियर कैरी ऑन। ਪਰ ਸਾਹਿਬ ਦੀ ਇਹ ਬਕਅਪ ਕੁਲੀ ਲਈ ਨਿਰੀ ਬਕ ਹੀ ਸਾਬਤ ਹੋਈ। ਉਹਦੀਆਂ ਲੱਤਾਂ ਜਵਾਬ ਦੇ ਰਹੀਆਂ ਸੀ। ਛੇਕੜ ਇੱਕ ਪੁਲੀ ਉੱਤੇ ਬੋਝ ਟਿਕਾਉਂਦਾ ਹੋਇਆ ਉਹ ਹੱਠ ਹਾਰ ਕੇ ਅਸਬਾਬ ਦੇ ਉੱਤੇ ਫੈਲ ਗਿਆ। ਕੁਲੀ ਦੀ ਭਵਿੱਖਬਾਣੀ ਸੱਚੀ ਸਾਬਤ ਹੋਈ। ਜਦ ਮੀਂਹ ਇੱਕਦਮ ਰੁਕ ਗਿਆ, ਮੀਂਹ ਦੀ ਬਜਾਏ ਹੁਣ ਆਕਾਸ਼ ਤੋਂ ਰੂੰ ਦੇ ਨਿੰਨੇ ਨੰਨੇ ਤੁੰਬਿਆਂ ਦੀ ਵਰਖਾ ਸ਼ੁਰੂ ਹੋ ਗਈ। ਬਾਊ ਦੀ ਕਿਸਮਤ 'ਤੇ ਜਿਵੇਂ ਕਵਾੜ ਖੁੱਲ੍ਹ ਗਏ। ਉਹਦੀ ਰੂਹ ਇੱਕਦਮ ਨੱਚ ਉੱਠੀ। ਸਨੋਫਾਲ ਦਾ ਆਰੰਭ ਵੇਖ ਕੇ ਛਤਰੀ ਉਹਨੇ ਬੰਦ ਕਰ ਦਿੱਤੀ ਤੇ ਅਣਜਾਣੇ ਬਾਲ ਵਾਂਗ ਇਹਨਾਂ ਤੁੰਬਿਆਂ ਨੂੰ ਆਪਣੇ ਦਸਤਾਨਿਆਂ ਵਾਲੇ ਹੱਥਾਂ ਉੱਤੇ ਬੋਚਦਾ ਹੋਇਆ ਇੱਧਰ ਉੱਧਰ ਟਪੂਸੀਆਂ ਮਾਰ ਰਿਹਾ ਸੀ। ਓਵਰਕੋਟ 'ਤੇ ਪੈਰੀ ਬਰਫ਼ ਨੂੰ ਤੱਕ ਕੇ ਮੁਗਧ ਹੋ ਰਿਹਾ ਸੀ। ਕੁਲੀ ਦਾ ਕੀ ਹਾਲ ਹੈ? ਇਹਨਾਂ ਗੱਲਾਂ ਦੇ ਵੇਖਣ ਜਾਣਨ ਦੀ ਉਹਨੂੰ ਵੇਲ ਨਹੀਂ ਸੀ। ਉਹ ਬਸ ਭੁੜਕ ਰਿਹਾ ਸੀ, ਗਾ ਰਿਹਾ ਸੀ, ਸਨੋਫਾਲ ਦੀ ਮਸਤੀ 'ਚ ਆਪਣੇ ਆਪ ਨੂੰ ਭੁੱਲਿਆ ਹੋਇਆ ਸੀ। ਛੇਤੀ ਬਾਊ ਦਾ ਮੱਥਾ ਠਣਕਿਆ ਜਦੋਂ ਉਹਦੇ ਮਨ ਭਾਉਂਦੇ ਸਨੋਫਾਲ ਨੇ ਉਗਰ ਰੂਪ ਧਾਰਨਾ ਸ਼ੁਰੂ ਕੀਤਾ। ਬਰਫ਼ ਇੰਨੀ ਤੇਜ਼ੀ ਤੇ ਬਹੁਤਾਤ ਵਿੱਚ ਡਿੱਗਣੀ ਸ਼ੁਰੂ ਹੋ ਗਈ ਕਿ ਉਹਦੇ ਵੇਖਦਿਆਂ ਹੀ ਵੇਖਦਿਆਂ ਸੜਕ ਉੱਤੇ ਵਿਛੀ ਤਹਿ ਉੱਚੀ ਤੋਂ ਉੱਚੀ ਹੋਰ ਉੱਚੀ ਹੋਣ ਲੱਗੀ। ਬਰਫ਼ ਦੇ ਆਨੰਦ 'ਚੋਂ ਪੁਲੀ ਤੋਂ ਕਾਫੀ ਦੁਰਾਡਾ ਚਲਾ ਗਿਆ ਸੀ। ਜਦ ਮੁੜ ਉਹ ਆਪਣੇ ਸਮਾਨ ਵੱਲ ਪਰਤਿਆ ਤਾਂ ਲਾਗਲੀਆਂ ਮਿਲਟਰੀ ਦੀਆਂ ਇਮਾਰਤਾਂ ਵੱਲ ਉਸ ਇੱਕ ਵਾਰੀ ਫੇਰ ਝਾਕਣਾ ਸ਼ੁਰੂ ਕੀਤਾ, ਸ਼ਾਇਦ ਕਿਸੇ ਦੇ ਨੇੜੇ ਦੇ ਮਕਾਨ 'ਚ ਠਾਰ ਲੈਣ ਦੇ ਇਰਾਦੇ ਨਾਲ। ਪਰ ਇਸ ਵੇਲੇ ਤੱਕ ਬਰਫ਼ ਇੰਨੇ ਜ਼ੋਰ 'ਤੇ ਪੈਣ ਲੱਗੀ ਕਿ ਨਾ ਦੂਰ ਦੀ ਤੇ ਨਾ ਹੀ ਕੋਈ ਨੇੜੇ ਦੀ ਇਮਾਰਤ ਦਿਖਾਈ ਦਿੰਦੀ ਸੀ। ਉਹਦੀ ਘਬਰਾਹਟ ਹੁਣ ਵਧਣੀ ਸ਼ੁਰੂ ਹੋ ਗਈ। ਅਸਬਾਬ ਕੋਲ ਆ ਕੇ ਉਹਨੇ ਤੱਕਿਆ, ਕੁਲੀ ਉਵੇਂ ਹੀ ਅਸਬਾਬ ਉੱਤੇ ਫੈਲਿਆ ਹੋਇਆ ਸੀ। ਉਹਦੇ ਸਰੀਰ ਨੂੰ ਬਰਫ਼ ਨੇ ਢਕਣਾ ਸ਼ੁਰੂ ਕਰ ਦਿੱਤਾ। ਬਾਊ ਨੇ ਜਦ ਉਹਨੂੰ ਮੋਢੇ ਤੋਂ ਫੜ ਕੇ ਹਿਲਾਇਆ ਤਾਂ ਕਿੰਨੀ ਸਾਰੀ ਪੋਲੀ ਬਰਫ਼ ਉਹਦੇ ਸਰੀਰ ਤੋਂ ਝੜ ਕੇ ਹੇਠਾਂ ਡਿੱਗ ਪਈ, ਜਿਹੜੀ ਉਹਨੂੰ ਬੜੀ ਦਿਲਚਸਪ ਜਾਪੀ। ਕੁਝ ਹੋਸ਼ ਦਾ ਅੰਸ਼ ਅਜੇ ਕੁਲੀ 'ਚ ਸੀ। ਪੁਲੀ ਦੇ ਦੋਵਾਂ ਸਿਰਿਆਂ ਨੂੰ ਹੱਥ ਪਾ ਕੇ ਉਸ ਉੱਠਣ ਲਈ ਇੱਕ ਦੋ ਹੰਭਲੇ ਮਾਰੇ, ਪਰ ਠੰਡ ਨਾਲ ਸਰੀਰ ਸੁੰਨ ਹੋ ਜਾਣ ਕਰਕੇ ਉਸ 'ਚ ਇੰਨੀ ਆਂਗਸ ਨਹੀਂ ਸੀ ਰਹੀ ਕਿ ਇੰਨੇ ਭਾਰ ਨੂੰ ਚੁੱਕੀ ਉੱਠ ਖੜੋਂਦਾ। ਅਸਬਾਬ ਉਤਲੀ ਰੱਸੀ ਖੋਲ੍ਹਣ ਲਈ ਉਸ ਯਤਨ ਕੀਤਾ, ਪਰ ਹੱਥਾਂ ਨੇ ਉਹਦਾ ਕਹਿਣਾ ਨਾ ਮੰਨਿਆ। ਛੇਕੜ ਬਾਊ ਨੂੰ ਉਹਦੇ ਹੱਥਾਂ ਅਸਬਾਬ ਦੇ ਹਾਲ 'ਤੇ ਦਇਆ ਆ ਗਈ। ਉਹਨੇ ਦਸਤਾਨੇ ਉਤਾਰ ਕੇ ਜੇਬ 'ਚੋਂ ਚਾਕੂ ਕੱਢਿਆ, ਰੱਸੀ ਕੱਟ ਦਿੱਤੀ। ਆਪਣੇ ਸਰੀਰ ਨੂੰ ਕੁਲੀ ਨੇ ਕਾਫੀ ਔਖ ਨਾਲ ਖੜ੍ਹਾ ਕੀਤਾ। ਲੱਤਾਂ ਉਹਦਾ ਭਾਰ ਨਾ ਝੱਲ ਸਕੀਆਂ, ਉਵੇਂ ਹੀ ਪੁਲੀ ਨਾਲ ਪਿੱਠ ਜੋੜ ਕੇ ਭੁੰਜੇ ਬੈਠ ਗਿਆ। ਸਿਰ ਉਹਦਾ ਇੱਕ ਪਾਸੇ ਨੂੰ ਉਲਰ ਗਿਆ। ਉਹਦਾ ਹੇਠਲਾ ਧੜ ਕਾਫੀ ਸਾਰਾ ਸੱਜਰੀ ਬਰਫ਼ ਨੇ ਘੇਰ ਲਿਆ। ਬਾਊ ਦੀ ਘਬਰਾਹਟ ਜ਼ਰਾ ਹੋਰ ਵੱਧ ਗਈ। ਉਹਨੂੰ ਵਿਸ਼ਵਾਸ ਹੋ ਗਿਆ ਕਿ ਕੁਲੀ ਬੇਹੋਸ਼ ਹੋ ਰਿਹਾ, ਜਿਹਨੇ ਹੁਣ ਉਹਦੇ ਸਮਾਨ ਨੂੰ ਤਾਂ ਕੀ ਚੁੱਕਣਾ ਸੀ, ਉਲਟਾ ਕੁਲੀ ਨੂੰ ਚੁੱਕਣ ਦੀ ਸਮੱਸਿਆ ਉਹਦੇ ਸਾਹਮਣੇ ਉਪਸਥਿਤ ਸੀ। ਉਹਨੇ ਬਥੇਰਾ ਬੁਲਾਇਆ, ਝੰਜੋੜਿਆ, ਪਰ ਉਹ ਹੂੰ ਹਾਂ ਤੋਂ ਵੱਧ ਕੁਛ ਨਾ ਕਰ ਸਕਿਆ। ਕੁਲੀ ਨਾਲ ਉਵੇਂ ਕਿਵੇਂ ਸਿਉਂਤਾ ਰਿਹਾ। ਅਚਾਨਕ ਬਾਊ ਨੂੰ ਟਰੰਕ 'ਚ ਰੱਖੀ ਆਪਣੀ ਬੋਤਲ ਦਾ ਖਿਆਲ ਆਇਆ। ਉਹਨੂੰ ਇਸ ਵੇਲੇ ਕਾਫੀ ਠੰਡ ਮਹਿਸੂਸ ਹੋ ਰਹੀ ਸੀ। ਝਟਪਟ ਟਰੰਕ ਖੋਲ੍ਹ ਕੇ ਉਸ ਬੋਤਲ ਕੱਢੀ, ਨਾਲੇ ਕੱਚ ਦਾ ਇੱਕ ਛੋਟਾ ਗਲਾਸ ਵੀ, ਤੇ ਫਿਰ ਬੋਤਲ 'ਚੋਂ ਉਹ ਲੱਦ ਕੇ ਉਹ ਗਟ ਚਾੜ ਗਿਆ। ਦੂਜੀ ਵਾਰ ਉਹਨੇ ਕੁਲੀ ਨੂੰ ਪਿਆਲਣ ਲਈ ਥੋੜ੍ਹੀ ਜਿਹੀ ਪਾਈ ਤੇ ਫਿਰ ਉਹਦੇ ਮੂੰਹ ਵੱਲ ਗਲਾਸ ਵਧਾਉਂਦਾ ਬੋਲਿਆ, ਪੀ ਲਓ, ਤਬੀਅਤ ਠੀਕ ਹੋ ਜਾਏਗੀ। ਪਰ ਕੁਲੀ ਤਾਂ ਹੁਣ ਬਿਨਾਂ ਪੀਤਿਆਂ ਹੀ ਬੇਹੋਸ਼ ਸੀ। ਉਹਦੀ ਠੋਡੀ ਹਿੱਕ ਨਾਲ ਲੱਗ ਚੁੱਕੀ ਸੀ, ਜਿਸ ਕਰਕੇ ਬਾਊ ਦਾ ਯਤਨ ਸਫਲ ਨਾ ਹੋ ਸਕਿਆ। ਆਪਣੇ ਵੱਲੋਂ ਸ਼ਾਇਦ ਬਾਊ ਨੇ ਉਦਾਰਤਾ ਇਸ ਲਈ ਦਿਖਾਈ ਕਿ ਇਹਦੀ ਮਦਦ ਨਾਲ ਕੁਲੀ ਮੁੜ ਉਹਦਾ ਸਮਾਨ ਚੁੱਕਣ ਜੋਗਾ ਹੋ ਜਾਏਗਾ, ਪਰ ਵਿਅਰਥ। ਇਸ ਵੇਲੇ ਬਾਊ ਨੂੰ ਬਨੀ ਖੇਤ ਵੱਲੋਂ ਦੋ ਮੱਧਮ ਜਿਹੇ ਟਿਮਕਣੇ ਆਉਂਦੇ ਦਿਖਾਈ ਦਿੱਤੇ, ਮਸੇ ਮੋਮਬੱਤੀਆਂ ਜਿੰਨੇ। ਬਰਫ਼ ਇਸ ਵੇਲੇ ਤੇਜ਼ੀ ਨਾਲ ਡਿੱਗ ਰਹੀ ਸੀ। ਜ਼ਰੂਰ ਕੋਈ ਮੋਟਰ ਆ ਰਹੀ ਹੈ, ਇਹ ਖਿਆਲ ਕਰਕੇ ਉਹ ਸੜਕ ਦੇ ਐਨ ਲਾਗੇ ਜਾ ਖੜੋਤਾ। ਉਹਦਾ ਖਿਆਲ ਠੀਕ ਨਿਕਲਿਆ। ਮਿਲਟਰੀ ਦੀ ਇੱਕ ਜੀਪ ਸੀ, ਜਿਹੜੀ ਸ਼ਾਇਦ ਬੈਲੂਨ ਦੀ ਛਾਉਣੀ ਵੱਲ ਜਾ ਰਹੀ ਸੀ।
ਜੀਪ ਬੜੀ ਧੀਮੀ ਤੋਰੇ ਤੁਰ ਰਹੀ ਸੀ। ਇਸ ਹਾਲਤ 'ਚ ਗੱਡੀ ਸਲਿੱਪ ਹੋਣ ਦਾ ਖਤਰਾ ਹੁੰਦਾ। ਬਾਊ ਨੇ ਦੋਵੇਂ ਬਾਹਾਂ ਖੜੀਆਂ ਕਰਕੇ ਗੱਡੀ ਰੋਕਣ ਦਾ ਸੰਕੇਤ ਕੀਤਾ। ਗੱਡੀ ਉਹਦੇ ਲਾਗੇ ਆ ਕੇ ਰੁਕ ਗਈ। ਜੀਪ 'ਚ ਕੇਵਲ ਇੱਕੋ ਇੱਕ ਫੌਜੀ ਡਰਾਈਵਰ ਸੀ। ਬਾਊ ਨੇ ਉਸ ਪਾਸ ਪੁੱਜ ਕੇ ਆਪਣਾ ਮਨੋਰਥ ਪ੍ਰਗਟ ਕੀਤਾ। ਸ਼ਾਇਦ ਕੁਝ ਨਜ਼ਰਾਨਾ ਤਾਰਨ ਦੀ ਵੀ ਪੇਸ਼ਕਸ਼ ਕੀਤੀ। ਵਿਸ਼ੇਸ਼ ਕਰਕੇ ਬਾਊ ਦੇ ਹੱਥ 'ਚ ਫੜੀ ਹੋਈ ਬੋਤਲ ਨੇ ਸ਼ਾਇਦ ਡਰਾਈਵਰ ਦੇ ਦਇਆ ਭਾਵ ਨੂੰ ਹੋਰ ਵੀ ਉਤੇਜਿਤ ਕੀਤਾ। ਉਹਨੇ ਪ੍ਰਸਤਾਵ ਸਵੀਕਾਰ ਕਰ ਲਿਆ ਅਤੇ ਫਿਰ ਦੋਵਾਂ ਨੇ ਸਾਂਝੇ ਜ਼ੋਰ ਨਾਲ ਪੁਲੀ ਉਤਲਾ ਸਮਾਨ ਚੁੱਕ ਕੇ ਜੀਪ 'ਚ ਜਾ ਟਿਕਾਇਆ। ਸਵਾਰ ਹੋਣ ਤੋਂ ਪਹਿਲਾਂ ਬਾਊ ਨੇ ਇੱਕ ਫਿਰਤੂ ਨਜ਼ਰ ਨਾਲ ਕੁਲੀ ਵੱਲ ਝਾਕਿਆ। ਕੁਲੀ ਦਾ ਸਰੀਰ ਹੁਣ ਢੋਅ ਨਾਲੋਂ ਹਟ ਕੇ ਜ਼ਮੀਨ 'ਤੇ ਵਿਛਿਆ ਹੋਇਆ ਸੀ, ਜਿਸ ਉੱਤੇ ਚੜ੍ਹੀ ਹੋਈ ਬਰਫ਼ ਦੀ ਤਹਿ ਚਿੱਟੇ ਕਫਨ ਵਾਂਗ ਦਿਖਾਈ ਦੇ ਰਹੀ ਸੀ। ਇਸ ਕੋਝੇ ਤੇ ਨਹਿਸ਼ੇ ਦ੍ਰਿਸ਼ ਵੱਲੋਂ ਬਾਊ ਨੇ ਝਟਪਟ ਨਜ਼ਰ ਫੇਰ ਲਈ। ਆਪਣੇ ਓਵਰਕੋਟ ਉਤਲੀ ਬਰਫ਼ ਝਾੜਦਾ ਹੋਇਆ ਛੇਤੀ ਨਾਲ ਜੀਪ 'ਚ ਸਵਾਰ ਹੋ ਗਿਆ। ਜੀਪ ਤੁਰ ਪਈ। ਇੱਕ ਖੁੱਲ੍ਹੀ ਮੋਕਲੀ ਸੀਟ 'ਤੇ ਆਰਾਮ ਨਾਲ ਬੈਠ ਕੇ ਬਾਊ ਨੇ ਤਸੱਲੀ ਦਾ ਲੰਮਾ ਸਾਹ ਲੈਂਦਿਆਂ ਉਚਾਰਿਆ, ਹਰੀ ਓਮ। ਬਰਫ਼ ਪੂਰੇ ਜ਼ੋਰ 'ਚ ਪੈ ਰਹੀ ਸੀ, ਜਿਸ 'ਚ ਹੁਲਾਸ ਤੇ ਆਨੰਦ ਭਰੀਆਂ ਨਜ਼ਰਾਂ ਨਾਲ ਤੱਕਦਾ ਹੋਇਆ ਇੱਕ ਵਾਰੀ ਫਿਰ ਮਸਤੀ 'ਚ ਲੋਟ-ਪੋਟ ਹੋ ਗਿਆ। ਥੋੜ੍ਹਾ ਕੁ ਅਗਾਂਹ ਜਾ ਕੇ ਉਹ ਆਪਣੇ ਸਮਾਨ ਦੀ, ਆਪਣੇ ਨਗਾਂ ਦੀ ਗਿਣਤੀ ਕਰਨ ਲੱਗਾ। ਉਹਨੂੰ ਖਤਰਾ ਸੀ ਮਤਾ ਕੋਈ ਚੀਜ਼ ਪੁਲੀ 'ਤੇ ਰਹਿ ਗਈ ਹੋਵੇ, ਪਰ ਨਗਾਂ ਦੀ ਗਿਣਤੀ ਪੂਰੀ ਸੀ। ਕੁਝ ਵੀ ਨਹੀਂ ਸੀ ਗੁਆਚਿਆ। ਉਹ ਮੁੜ ਉਸੇ ਫਿਲਮੀ ਗੀਤ ਨੂੰ ਝੂਮ-ਝੂਮ ਕੇ ਗਾਉਣ ਲੱਗ ਪਿਆ, ਚੱਲ ਚੱਲ ਰੇ ਨੌਜਵਾਨ। ਧੰਨਵਾਦ।